खुदा 'ਚ ਤੁਹਾਡੀ ਸਲਾਮਤੀ ਹੋਵੇ। ਮੈਂ ਨਵੀਦ ਮਸੀਹ ਓਲਡ ਏਜ ਹੋਮ ਦੇ ਵਿੱਚ ਅਸੀਂ ਰਜ਼ਾਈਆਂ ਕੰਬਲ ਚੁੱਕ ਰਹੇ ਹਾਂ ਤਾਂ ਕਿ ਵਾਸ਼ ਕੀਤੇ ਜਾਣ। ਆਪਣੇ ਬਜ਼ੁਰਗਾਂ ਵਾਸਤੇ ਗਰਮੀਆਂ ਦਾ ਬੰਦੋਬਸਤ ਕਰ ਰਹੇ ਹਾਂ। ਸਰਦੀਆਂ ਦੇ ਕੱਪੜੇ ਸਮੇਟੇ ਜਾਣਗੇ, ਗਰਮੀਆਂ ਦੇ ਆਉਣਗੇ। ਦੂਸਰਾ ਮਹੀਨਾ 22 ਤਰੀਕ ਬਰੋਜ਼ ਇਤਵਾਰ। ਲਾਂਡਰੀ ਵਾਲੇ ਨੇ ਸਾਨੂੰ ਟਾਈਮ ਦਿੱਤਾ ਹੈ ਸੁਬਾਹ 6 ਵਜੇ ਦਾ, ਇਸ ਲਈ ਅਸੀਂ ਤਕਰੀਬਨ 5 ਵਜੇ ਉੱਠੇ ਹੋਏ ਹਾਂ ਤਾਂ ਕਿ ਸਾਰੇ ਕੰਬਲ ਧਵਾ ਸਕੀਏ। ਕਿਉਂਕਿ ਸਾਡੇ ਕੋਲ ਕਿਹੜੀ ਮਸ਼ੀਨ ਹੈ ਉਹ ਛੋਟੀ ਹੈ, ਸੁਕਾਉਣ ਵਾਲੀ ਵੀ ਹੈਗੀ ਹੈ, ਧੋਣ ਵਾਲੀ ਵੀ ਹੈ, ਲੇਕਿਨ ਉਹ ਛੋਟੀ ਕੰਬਲਾਂ ਵਾਸਤੇ ਨਹੀਂ ਹੈ, ਹਾਂ। ਕੱਪੜਿਆਂ ਵਾਸਤੇ। ਇਹ ਕੰਬਲ ਕਾਫੀ ਵੱਡੇ ਹੁੰਦੇ ਨੇ, ਭਾਰੇ। ਇਹ ਅਗਰ ਉਹਦੇ ਵਿੱਚ ਪਾਵਾਂਗੇ ਤੇ ਮਸ਼ੀਨ ਖਰਾਬ ਹੋ ਜਾਏਗੀ। ਤੇ ਸੁਬਾਹ ਹਲਕੀ ਬਣਾ ਲਈ ਹੁੰਦੇ ਅਸੀਂ ਚਾਹ ਤੇ ਰਸ ਅਸੀਂ ਅੱਜ ਇਹਨਾਂ ਨੂੰ ਬਜ਼ੁਰਗਾਂ ਦਾਂਗੇ। ਉਸ ਤੋਂ ਬਾਅਦ ਅਸੀਂ ਦੂਸਰਾ ਨਾਸ਼ਤਾ ਪਰਾਠੇ ਤੇ ਅੰਡੇ ਬਣਾਵਾਂਗੇ। ਠੀਕ ਹੈ, ਹੁਣ ਅਸੀਂ ਰਸ ਦਾਂਗੇ ਤੇ ਚਾਹ। ਸੁਬਾਹ ਦਾ ਟਾਈਮ ਹੈ, ਬਜ਼ੁਰਗ ਨੇ ਉਹ ਕਹਿੰਦੇ ਨੇ ਕਿ ਅਸੀਂ ਰੋਟੀ ਨਹੀਂ ਖਾ ਸਕਦੇ, ਅਸੀਂ ਰਸ ਖਾਵਾਂਗੇ। ਬਜ਼ੁਰਗਾਂ ਨੂੰ ਅਸੀਂ ਕੋਸ਼ਿਸ਼ ਇਹੀ ਕਰੀਦੀ ਹੈ ਕਿ ਕੋਈ ਕਸਰ ਨਾ ਛੱਡੀਏ। ਅੱਛਾ ਬਿਸਤਰ ਹੋਵੇ, ਅੱਛਾ ਖਾਣਾ ਹੋਵੇ, ਅੱਛੀ ਦਵਾਈ ਹੋਵੇ, ਤਾਂ ਕਿ ਇਹਨਾਂ ਦੇ ਦਿਲ 'ਚ ਨਾ ਆਏ ਕਿ ਅਸੀਂ ਕਿਸੇ ਦੇ ਹੱਥ 'ਚ ਪੈ ਸਾਂ ਅਤੇ ਉਹਨੇ ਸਾਡੇ ਨਾਲ ਇੰਝ ਕੀਤਾ। ਬਾਈਬਲ ਮੁਕੱਦਸ ਫਰਮਾਂਦੀ ਏ ਮੱਤੀ 5:35, ਕਿਉਂਕਿ ਮੈਂ ਭੁੱਖਾ ਸਾਂ ਤੁਸੀਂ ਮੈਨੂੰ ਖਾਣਾ ਖਵਾਇਆ, ਮੈਂ ਪਿਆਸਾ ਸਾਂ ਤੁਸੀਂ ਮੈਨੂੰ ਪਾਣੀ ਪਿਆਇਆ, ਮੈਂ ਪਰਦੇਸੀ ਥਾਂ ਅਤੇ ਤੁਸੀਂ ਮੈਨੂੰ ਆਪਣੇ ਘਰ 'ਚ ਉਤਾਰਿਆ, ਮੈਂ ਨੰਗਾ ਸਾਂ ਤੁਸੀਂ ਮੈਨੂੰ ਕੱਪੜਾ ਪਹਿਨਾਇਆ, ਮੈਂ ਬਿਮਾਰ ਸਾਂ ਤੁਸੀਂ ਮੇਰੀ ਖਬਰ ਲਈ, ਕੈਦ ਵਿੱਚ ਸਾਂ ਤੁਸੀਂ ਮੇਰੇ ਕੋਲ ਆਏ। ਰਾਸਤਬਾਜ਼ ਲੋਕਾਂ ਨੇ ਜਵਾਬ ਦੇਣ ਵਾਸਤੇ ਆਪਣੇ ਮੂੰਹ ਨੂੰ ਖੋਲ੍ਹਿਆ ਕਿ ਕਦੀ ਤੇਰੀ ਸਾਡੇ ਨਾਲ ਮੁਲਾਕਾਤ ਹੀ ਨਹੀਂ ਹੋਈ। ਸੁਬਾਹ ਦੇ ਅਸੀਂ ਬਜ਼ੁਰਗਾਂ ਦੀ ਬੈੱਡ ਸ਼ੀਟਾਂ ਕੰਬਲ ਲਾ ਕੇ ਹੁਣ ਧੋ ਕੇ ਲਿਆਇਆ ਵਾਂ ਅਤੇ ਹੁਣ ਸੁੱਕਣੇ ਪਾਵਾਂਗੇ ਤਾਂ ਕਿ ਖੁਸ਼ਕ ਹੋ ਜਾਣਗੇ। ਅਤੇ ਸਾਫ਼ ਸੁਥਰੀ ਚੀਜ਼ ਲੈਣ ਦਾ ਇਹ ਹੁੰਦਾ ਹੈ ਕਿ ਬਜ਼ੁਰਗਾਂ ਨੂੰ ਕੋਈ ਹੋਰ ਬਿਮਾਰੀ ਨਾ, ਕੋਈ ਇਨਫੈਕਸ਼ਨ ਨਾ, ਜਿਲਦ ਦੀ ਕੋਈ ਇਨਫੈਕਸ਼ਨ ਨਾ ਹੋ ਜਾਏ। ਇਸ ਲਈ ਅਸੀਂ ਸਾਫ਼ ਸੁਥਰਾ ਮਾਹੌਲ ਦਿੰਦੇ ਹਾਂ ਤਾਂ ਕਿ ਬਜ਼ੁਰਗਾਂ ਨੂੰ ਇੱਕ ਤਾਂ ਇਨਫੈਕਸ਼ਨ ਨਾ ਲੱਗੇ, ਦੂਸਰਾ ਉਹ ਬਿਲਕੁਲ ਆਪਣੇ ਆਪ ਨੂੰ ਈਜ਼ੀ ਸਮਝਣ। ਉੱਥੇ ਜਵਾਬ ਉਹਨਾਂ ਰਾਸਤਬਾਜ਼ ਲੋਕਾਂ ਨੂੰ ਮਿਲਿਆ ਕਿ ਜਦੋਂ ਇਹਨਾਂ ਛੋਟਿਆਂ ਦੇ ਵਿੱਚ ਕਿਸੇ ਇੱਕ ਦੇ ਨਾਲ ਤੁਸੀਂ ਕੀਤਾ ਅਤੇ ਉਹਦੇ ਨਾਲ ਨਹੀਂ ਬਲਕਿ ਮੇਰੇ ਨਾਲ ਕੀਤਾ। ਇਹਦੇ ਬਰਅਕਸ ਇੱਕ ਥਰੜੀਆਂ ਆਇਤਾਂ ਵੀ ਮਿਲਦੀਆਂ ਨੇ, ਕਿਤੇ ਵਿੱਚ ਲਿਖਿਆ ਹੈ ਕਿ ਮੈਂ ਪਿਆਸਾ ਸਾਂ ਤੁਸੀਂ ਮੈਨੂੰ ਪਾਣੀ ਨਹੀਂ ਪਿਆਇਆ, ਮੈਂ ਭੁੱਖਾ ਸਾਂ ਤੁਸੀਂ ਮੈਨੂੰ ਖਾਣਾ ਨਹੀਂ ਖਵਾਇਆ, ਮੈਂ ਪਰਦੇਸੀ ਸਾਂ ਤੁਸੀਂ ਮੈਨੂੰ ਆਪਣੇ ਘਰ 'ਚ ਨਹੀਂ ਉਤਾਰਿਆ, ਮੈਂ ਨੰਗਾ ਸਾਂ ਤੁਸੀਂ ਕੱਪੜਾ ਨਹੀਂ ਪਹਿਨਾਇਆ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਆ ਕੇ ਮੇਰਾ ਪਤਾ ਨਹੀਂ ਲਿਆ। ਉਦੋਂ ਵੀ ਲੋਕਾਂ ਨੇ ਜਵਾਬ ਦਿੱਤਾ ਕਿ ਅਸੀਂ ਕਦੀ ਤੈਨੂੰ ਦੇਖਿਆ ਹੀ ਨਹੀਂ, ਅਸੀਂ ਕਦੀ ਤੇਰੇ ਨਾਲ ਮੁਲਾਕਾਤ ਹੀ ਨਹੀਂ ਹੋਈ। ਅਤੇ ਅੱਗੋਂ ਉਹਨਾਂ ਨੂੰ ਜਵਾਬ ਮਿਲਿਆ ਕਿ ਤੁਸੀਂ ਇਹਨਾਂ ਛੋਟਿਆਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਇੰਜ ਦਾ ਸਲੂਕ ਕੀਤਾ ਅਤੇ ਉਹਦੇ ਨਾਲ ਨਹੀਂ ਬਲਕਿ ਮੇਰੇ ਨਾਲ ਕੀਤਾ। ਇਹ ਕਲਾਮੇ ਮੁਕੱਦਸ ਸਾਫ਼ ਲਫ਼ਜ਼ਾਂ 'ਚ ਕਹਿੰਦਾ, ਅਗਰ ਅਸੀਂ ਭਲਾਈ ਕਰਾਂਗੇ ਤਾਂ ਸਾਡੇ ਨਾਲ ਭਲਾਈ ਹੀ ਹੋਏਗੀ। ਬੇਸ਼ੱਕ ਇਨਸਾਨ ਭਲਾਈ ਨਾ ਕਰਨ, ਲੇਕਿਨ ਖੁਦਾ ਦੀ ਜ਼ਾਤ ਸਾਡੇ ਨਾਲ ਭਲਾਈ ਕਰੇਗੀ। ਅਗਰ ਅਸੀਂ ਬੁਰਾਈ ਕਰਾਂਗੇ ਤੇ ਜੋ ਬੀਜਾਂਗੇ ਉਹੀ ਕੱਟਾਂਗੇ। ਅਸੀਂ ਖੁਦਾ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਵਾਅਦਾ ਕੀਤਾ ਹੈ ਕਿ ਅਗਰ ਤੂੰ ਇਨਸਾਨ ਦੇ ਨਾਲ ਇੰਜ ਕਰਨਾ ਹੈ ਤੇ ਉਹਦੇ ਨਾਲ ਨਹੀਂ ਬਲਕਿ ਮੇਰੇ ਨਾਲ ਕਰਨਾ ਹੈ। ਜਦੋਂ ਅਸੀਂ ਇਸ ਪ੍ਰੋਸੀਜਰ ਨੂੰ ਲੈ ਕੇ ਚੱਲ ਰਹੇ ਹਾਂ ਤੇ ਇਹੀ ਸਮਝਦੇ ਹਾਂ ਕਿ ਖੁਦਾ ਇਨਸਾਨਾਂ ਦੇ ਰੂਪ ਦੇ ਵਿੱਚ ਸਾਡੇ ਇਸ ਘਰ ਦੇ ਵਿੱਚ ਆਇਆ ਹੈ, ਜਿਹੜਾ ਖੁਦਾ ਨੇ ਮੁਹੱਈਆ ਕੀਤਾ ਹੈ। ਇਹ ਓਲਡ ਏਜ ਹੋਮ, ਇਸ ਖੁਦਾ ਦਾ ਘਰ, ਜਦੋਂ ਬਜ਼ੁਰਗ ਮੇਰੇ ਕੋਲ ਬੈਠਦੇ ਨੇ, ਗੁਫ਼ਤਗੂ ਕਰਦੇ ਨੇ ਅਤੇ ਇੱਕ ਅੱਛਾ ਫੀਲਿੰਗ ਮਹਿਸੂਸ ਹੁੰਦੀ ਹੈ ਕਿ ਕੋਈ ਤਾਂ ਹੈ ਵੇ ਕਿਹੜਾ ਇਹਨਾਂ ਦੀ ਗੱਲ ਸੁਣਨ ਵਾਲਾ। ਜਦੋਂ ਵੀ ਕਿਸੇ ਕੋਲ ਟਾਈਮ ਬਣੇ ਜ਼ਰੂਰ ਹੀ ਸਾਡੇ ਇਸ ਘਰ ਦੇ ਵਿੱਚ ਆ ਕੇ ਸਾਡੇ ਨਾਲ ਬੈਠ ਕੇ ਖਾਣਾ ਖਾ ਸਕਦਾ। ਬਹੁਤ ਬਹੁਤ ਸ਼ੁਕਰੀਆ ਜੀ।